सोइए महले पहले के जो कि जिन्हां की गिनती कुल 10 है। ਜਿਹੜੇ ਸਾਰੇ 10 ਦੇ 10 ਸਵਈਏ ਜਿਹੜੇ ਹਨ ਭੱਟ ਕਲ ਸਹਾਰ ਦੇ ਉਚਾਰਨ ਕੀਤੇ ਹੋਏ ਹਨ। ਇਹ ਸਵਈਏ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਦੇ ਵਿੱਚ ਉਚਾਰਨ ਕੀਤੇ ਗਏ ਹਨ। ਕੱਲ ਦੀ ਕਲਾਸ ਤੱਕ ਅਸੀਂ 6 ਸਵਈਆਂ ਦੀ ਵਿਚਾਰ ਜਿਹੜੀ ਹੈ ਉਹ ਸਾਂਝੀ ਕਰ ਲਈ ਸੀ। तो ਅੱਜ 7ਵੇਂ ਸਵਈਏ ਤੋਂ ਅੱਗੇ ਆਰੰਭ ਕਰਾਂਗੇ। क्या एक लाइन ਪਿੱਛੇ ਕਰੋ ਜੀ। हाँ जी। सो ਇਹਦੇ ਪਾਠ ਆਰੰਭ ਹੁੰਦਾ ਹੈ। ਸਤਜੁਗ ਤੈ ਮਾਨਿਓ ਛਲਿਓ ਬਲ ਬਾਵਨ ਭਾਇਓ त्रेता तै मान्यो राम रघुवंश कहायो द्वापर कृष्ण मुरार हंस कृतार्थ कियो उग्र सैन को राज अभय भगता जन दियो कलयुग प्रमाण नानक गुर अंगद अमर कहायो श्री गुरु राज अबिचल अटल आद पुरख फरमायो। इस दे सोइए दे उच्चारण ਵਿੱਚ ਵੀ ਕੁਝ ਚੀਜ਼ਾਂ 'ਚ ਖਾਸ ਧਿਆਨ ਦੇਣ ਦੀ ਲੋੜ ਹੈ। ਜਿਵੇਂ ਕਿ ਪਹਿਲੀ ਪੰਕਤੀ ਹੈ ਉਹ ਸਤਜੁਗ ਤੈ ਲਿਖਿਆ ਤੱਤੇ ਨੂੰ ਦੁਲਾਈਆਂ ਹੈ, ਪਰ ਇਹਦਾ ਉਚਾਰਨ ਬਿੰਦੀ ਲਗਾ ਕੇ ਕਰਨਾ। ਸਤਜੁਗ ਤੈ ਮਾਨਿਓ, ਸਤਜੁਗ ਜਿਹੜਾ ਹੈ ਉਹਦੇ ਗੱਗੇ ਨੂੰ ਸਿਆਰੀ ਹੈ, ਭਾਵ ਸਤਜੁਗ ਦੇ ਅੰਦਰ ਤੈ ਦੇ ਨਾਲ ਬਿੰਦੀ ਲੱਗੇਗੀ, ਤੈ ਉਚਾਰਨ ਹੋਏਗਾ ਜਿਹਦਾ ਅਰਥ ਹੋਏਗਾ ਤੁਸੀਂ ਜਾਂ ਤੂੰ। ਮਾਨਿਓ ਛਲਿਓ ਬਲ ਬਾਵਨ ਭਾਇਓ ਤ੍ਰੇਤਾ ਤੈ ਮਾਨਿਓ, ਇੱਥੇ ਵੀ ਤੈ ਬਿੰਦੀ ਲਗਾ ਕੇ ਹੋਏਗਾ ਕਿ ਤੁਸੀਂ ਤ੍ਰੇਤੇ ਵਿੱਚ ਵੀ ਮਾਨਿਆ। ਰਾਮ ਰਘੁਵੰਸ਼ ਕਹਾਇਓ, ਤੇ ਜਿਹੜੀ ਅਖੀਰਲੀ ਲਾਈਨ ਦੇ ਅੰਦਰ ਲਫ਼ਜ਼ ਹੈ ਸ੍ਰੀ ਗੁਰੂ ਰਾਜ ਅਬਿਚਲ ਅਟਲ, तो ਉਹਦਾ ਵੀ ਉਚਾਰਨ ਜਿਹੜਾ ਹੈ ਅਬਿਚਲ ਅਟਲ ਐੜਾ ਦੇ ਨਾਲ ਥੋੜਾ ਜਿਹਾ ਰੋਕ ਕੇ ਤੇ ਬਾਕੀ ਦਾ ਲਫ਼ਜ਼ ਤਾਂ ਉਚਾਰਨ ਹੋਏਗਾ ਕਿਉਂਕਿ ਐੜੇ ਜੋ ਲੱਗੇ ਹਨ ਇਹਨਾਂ ਦੋਨਾਂ ਲਫ਼ਜ਼ਾਂ ਦੇ ਅੰਦਰ ਅਬਿਚਲ ਤੇ ਅਟਲ ਇਹ ਉਲਟਾ ਅਰਥ ਦੇਣ ਵਾਸਤੇ ਹਨ। ਅਬਿਚਲ ਜਿਹਦਾ ਜਿਹੜਾ ਚਲਾਇਮਾਨ ਨਹੀਂ ਹੈ ਤੇ ਅਟਲ ਜਿਹੜਾ ਟਲ ਨਹੀਂ ਸਕਦਾ, तो इसका उच्चारण अटल या अबचल नहीं करना, अबिचल अटल। सो ਇਹਦੇ ਅੰਦਰ ਭੱਟ ਕਲ ਸਹਾਰ ਜੀ ਜੋ ਗੱਲ ਕਰ ਰਹੇ ਹਨ, ਪਹਿਲਾਂ ਅਸੀਂ ਅਖਰੀ ਅਰਥ ਕਰ ਲੈਂਦੇ ਹਾਂ। ਸਤਜੁਗ ਵਿੱਚ ਤੈ ਤੁਸੀਂ ਮਾਨਿਓ, ਮਾਨਿਆ ਹੈ। ਤੇ ਛਲਿਓ ਬਲ ਬਾਵਨ ਪਾਇਓ, ਛਲਿਓ ਬਲ ਜੋ ਅਖਰੀ ਅਰਥ ਹੋਏਗਾ ਉਹ ਬਲ ਨੂੰ ਛਲਿਆ। ਬਲ ਇੱਕ ਰਾਜਾ ਹੋਇਆ ਸਤਜੁਗ ਦੇ ਵਿੱਚ ਜਿਹੜਾ ਕਿ ਦੈਂਤਾਂ ਦਾ ਰਾਜਾ ਸੀਗਾ। ਇਹਦੀ ਜੋ ਕਹਾਣੀ ਹੈ ਮੈਂ ਸੰਖੇਪ ਵਿੱਚ ਆਪ ਜੀ ਨਾਲ ਸਾਂਝੀ ਕਰ ਦਿੰਦਾ ਹਾਂ ਕਿ ਬਲ ਰਾਜਾ ਹੈ ਤੇ ਰਾਖਸ਼ਾਂ ਦਾ ਦੈਂਤਾਂ ਦਾ ਰਾਜਾ ਸੀਗਾ, ਪਰ ਇਹ ਬਹੁਤ ਭਗਤੀ ਭਾਵ ਵਾਲਾ ਸੀਗਾ, ਬੜੇ ਅੱਛਾ ਰਾਜ ਪ੍ਰਬੰਧ ਚਲਾਉਣ ਵਾਲਾ ਸੀਗਾ। ਇਹਦੀ ਪ੍ਰਜਾ ਸਾਰੀ ਇਹਦੇ ਤੋਂ ਬਹੁਤ ਖੁਸ਼ ਸੀ ਤੇ ਭਗਤੀ ਭਾਵ ਵਾਲਾ ਹੋਣ ਕਰਕੇ ਇਹਨੂੰ ਕਈ ਤਰ੍ਹਾਂ ਦੇ ਜਿਹੜੀਆਂ ਸਨ ਬਖਸ਼ਿਸ਼ਾਂ ਵੀ ਪ੍ਰਾਪਤ ਹੋਈਆਂ ਸਨ। ਔਰ ਇਹਦੇ ਤਪ ਵਗੈਰਾ ਤੋਂ ਘਬਰਾ ਕੇ ਇੰਦਰ ਦੇਵਤੇ ਨੂੰ ਫਿਕਰ ਪੈ ਗਿਆ ਕਿ ਕਿਧਰੇ ਇਹ ਸਵਰਗ ਦਾ ਰਾਜ ਵੀ ਨਾ ਖੋਹ ਲਵੇ ਮੇਰੇ ਕੋਲੋਂ। ਇਹ ਪੁਰਾਣਕ ਕਹਾਣੀਆਂ ਦੇ ਅੰਦਰ ਇਹ ਆਮ ਤੌਰ ਤੇ ਇਸ ਗੱਲ ਜਿਹੜੀ ਹੈ ਬਾਰ-ਬਾਰ ਆਉਂਦੀ ਰਹਿੰਦੀ ਹੈ ਕਿ ਕੋਈ ਵੀ ਬੰਦਾ ਜਰਾ ਜ਼ਿਆਦਾ ਭਗਤੀ ਕਰਦਾ ਹੈ, ਕਿਸੇ ਨੂੰ ਕੋਈ ਜ਼ਿਆਦਾ ਸਿੱਧੀ ਪ੍ਰਾਪਤ ਹੋ ਜਾਂਦੀ ਹੈ ਤੇ ਇੰਦਰ ਨੂੰ ਆਪਣੇ ਸਿੰਘਾਸਨ ਦਾ ਫਿਕਰ ਪੈ ਜਾਂਦਾ ਹੈ ਤੇ ਫਿਰ ਉਹ ਦੌੜਿਆ ਭੱਜਿਆ ਫਿਰਦਾ ਆਪਣੇ ਸਿੰਘਾਸਨ ਨੂੰ ਬਚਾਉਣ ਵਾਸਤੇ ਕਿ ਮੇਰਾ ਜਿਹੜਾ ਸਵਰਗ ਦਾ ਰਾਜ ਹੈ ਉਹ ਮੇਰੇ ਕੋਲੋਂ ਕੋਈ ਖੋ ਕੇ ਨਾ ਲੈ ਜਾਵੇ। तो इस केस ਵਿੱਚ ਵੀ ਉਹਨੂੰ ਇਹ ਵਹਿਮ ਹੋ ਗਿਆ, ਭਰਮ ਹੋ ਗਿਆ ਕਿ ਬਈ ਬਲ ਰਾਜਾ ਕਿਧਰੇ ਮੇਰਾ ਰਾਜ ਨਾ ਖੋਹ ਲਵੇ। ਤਾਂ ਉਹਨੇ ਵਿਸ਼ਨੂੰ ਜੀ ਨੂੰ ਬੇਨਤੀ ਕੀਤੀ ਕਿ ਬਈ ਕਿਸੇ ਤਰੀਕੇ ਬਲ ਦਾ ਜੋ
ਜਿਹੜਾ ਇਹ ਯੱਗ ਕਰਾ ਰਿਹਾ ਹੈ ਇਹਦੇ 'ਚ ਵਿਘਨ ਪਾਓ ਤਾਂ ਕਿ ਇਹਦਾ ਯੱਗ ਜਿਹੜਾ ਵੇ ਇਹ ਸੰਪੂਰਨ ਨਾ ਹੋ ਸਕੇ। तो विष्णु जी ਕਿਹਾ ਜਾਂਦਾ ਹੈ ਕਿ ਵੀ ਉਹਨਾਂ ਨੇ ਇੱਕ ਬੌਨੇ ਬ੍ਰਾਹਮਣ ਦਾ ਸਵਾਂਗ ਰਚ ਲਿਆ, ਰੂਪ ਧਾਰਨ ਕਰ ਲਿਆ। ਇਹ 52 ਲਫ਼ਜ਼ ਜਿਹੜਾ ਹੈ ਇਹ ਬੌਨਾ ਅਸੀਂ ਆਮ ਤੌਰ ਤੇ ਕਹਿੰਦੇ ਆ ਨਾ, ਜਿਹੜਾ ਮਿਜਟ ਹੁੰਦਾ ਛੋਟੇ ਕੱਦ ਵਾਲਾ ਬੰਦਾ, ਉਹਦਾ ਭਾਵ ਇਹ ਨਾਮ 52 ਨਾਮ ਜਾਂ ਬੌਨਾ ਨਾਮ ਬਣਿਆ ਕਿੱਥੋਂ ਹੈ ਕਿ ਉਹਦੀ ਹਾਈਟ ਹੁੰਦੀ ਹੈ 52 ਉਂਗਲਾਂ, ਮਤਲਬ ਛੋਟਾ ਜਿਹਾ ਹੁੰਦਾ 52 ਉਂਗਲਾਂ ਜਿਹਦੀ ਹਾਈਟ ਹੈ, ਉਹਨੂੰ 52 ਜਾਂ ਬੌਨਾ ਕਿਹਾ ਜਾਂਦਾ ਹੈ। तो विष्णु जी ने एक बौने ब्राह्मण का रूप धर लिया ते जिथे बल राजा यज्ञ करा रहा सी उत्थे पहुंच गया ते जाके जिवें वो बाकियां सारियां नूं दान कर रहा सीगा, ये भी उत्थे जाके इन्हें कहा कि जी राजा मैं भी तेरे दरबार च आया हाँ, मैनूं भी कोई दान दक्षिणा दे दे। तो बल राजे का गुरु जिहड़ा सी वो सी शुक्राचार्य, उसने पहचान लिया कि भी ये बौना ओरिजिनल नहीं लगता, ये पेखी है, ये विष्णु होए ना होए विष्णु ही स्वांग बना के आया है ते बल राजे नूं ये फसाएगा, कोई ना कोई धोखा देगा। तो उन्हें बल नूं ताड़ना की कि बई ये कोलों जरा बच के नहीं है, इहनूं कोई एवें बचन ना दे बैठे ते तूं नुकसान पाएगा। पर बल ने क्या नहीं, मैं यज्ञ जिहड़ा है बिल्कुल जिस भावना नाल कीता है, मेरा ये प्रण है कि मैं किसी आए अभ्यागत नूं किसी नूं ही दान मंगण वाले नूं खाली हाथ नहीं भेजांगा। तो उन्हें ब्राह्मण नूं कहा जी हाँ जी ब्राह्मण देवता जी दसो तुहानूं की चाहिदा है। तो वो बौने ने कहा कि मैनूं तां सिर्फ ना 2.5 कदम धरती चाहिदी है। तो बल उन्होंने कहन लगा कि भाई ये 2.5 कदम धरती नाल की बनेगा, तुसीं कोई होर चीज़ ज़्यादा मंग लो, जो तुहानूं चाहिदा, जो धन पदार्थ चाहिदा मंग लो। वो बौना कहने लगा नहीं, मैंने तो 2.5 कदम धरती चाहिए है, दे सकते हो तो दे दो, नहीं तो मैं वापस जाना। तो बल ने कहा नहीं जी जो तुम मंगते हो मैं देंगा। ज्यों ही बल राजे ने हामी भरी तो उस बौने विष्णु ने अपना आकार बढ़ा लिया ते एक कदम विच धरती ते दूजे कदम विच आकाश, ये सारे उन्हें 2 कदमों विच ही कवर कर ले। ਤੇ ਹੁਣ ਉਹਨੇ ਕਿਹਾ ਬਲ ਨੂੰ ਕਿ ਜਿਹੜਾ ਬਾਕੀ ਦਾ ਅੱਧਾ ਕਦਮ ਹੈ ਉਹ ਦੱਸ ਮੈਂ ਕਿੱਥੇ ਰੱਖਾਂ, ਸਾਰੀ ਧਰਤੀ ਤਾਂ ਕਵਰ ਹੋ ਗਈ, ਆਕਾਸ਼ ਵੀ ਕਵਰ ਹੋ ਗਿਆ, ਹੁਣ ਮੈਂ ਬਾਕੀ ਦਾ ਪੈਰ ਕਿੱਥੇ ਰੱਖਾਂਗਾ, ਅੱਧਾ ਕਦਮ ਮੈਨੂੰ ਹੋਰ ਚਾਹੀਦੀ ਜਗ੍ਹਾ। ਤੇ ਬਲ ਨੇ ਹੁਣ ਕਿਹਾ ਕਿ ਵੀ ਹੋਰ ਤਾਂ ਕੁਝ ਹੈ ਨਹੀਂ ਹੈ, ਮੈਂ ਹੀ ਲੇਟ ਜਾਂਦਾ, ਮੇਰੀ ਛਾਤੀ ਤੇ ਕਦਮ ਰੱਖ ਲਓ ਤੁਸੀਂ। ਤਾਂ ਵਿਸ਼ਨੂੰ ਨੇ ਉਹ ਕਦਮ ਉਹਦੀ ਛਾਤੀ ਤੇ ਰੱਖ ਕੇ ਤੇ ਉਹਨੂੰ ਪਤਾਲ ਦੇ ਵਿੱਚ ਥੱਲੇ ਪਹੁੰਚਾ ਦਿੱਤਾ। ਇਹ ਉਹਨਾਂ ਦੀ ਪੁਰਾਣਿਕ ਕਥਾ ਹੈ। तो जिस वेले ने दान मंगया सी ना ते उन्हें बौने विष्णु ने यह गल आखी सी कि भाई राजन अगर जे मैनूं दान दे देगा तो मैं सारी उम्र तेरे दर ते खड़ा तेरे गुण गांदा रहांगा। ये कहानी दे विच इस तरह का जिक्र आंदा है कि दान मंगन तो पहले उन्हें कहा सी कि भाई जे मैनूं ये दान तू देगा तो मैं सारी उम्र तेरे दर ते खड़ा तेरे गुण गांदा रहांगा। तो हुण बल राजे का जिहड़ा राज सी वो खत्म हो गया ते ਉਹਨੂੰ ਪਤਾਲ ਦੇ ਵਿੱਚ ਵਿਸ਼ਨੂੰ ਨੇ ਭੇਜ ਦਿੱਤਾ। ਪਰ ਉਹਦੇ ਇਸ ਦਾਨ ਭਾਵਨਾ ਤੋਂ ਖੁਸ਼ ਹੋ ਕੇ ਉਹਨੇ ਵਿਸ਼ਨੂੰ ਨੇ ਹੁਣ ਜਿਹੜਾ ਆਪਣੇ ਅਸਲੀ ਰੂਪ ਵਿੱਚ ਆ ਗਿਆ ਸੀ, ਉਹਨੇ ਬਲ ਰਾਜੇ ਨੂੰ ਕਿਹਾ ਚੱਲ ਇਹ ਪਤਾਲ ਦਾ ਰਾਜ ਮੈਂ ਤੈਨੂੰ ਦਿੱਤਾ, ਇਹ ਤੂੰ ਰੱਖ ਲੈ। ਤੇ ਉਸ ਤੋਂ ਬਾਅਦ ਉਹ ਉੱਥੋਂ ਤੁਰਨ ਲੱਗਾ। तो ਜਿਉਂ ਹੀ ਵਿਸ਼ਨੂੰ ਤੁਰਨ ਲੱਗਾ ਤਾਂ ਬਲ ਰਾਜਾ ਹੱਥ ਜੋੜ ਕੇ ਸਾਹਮਣੇ ਖੜਾ ਹੋ ਗਿਆ ਕਿ ਮਹਾਰਾਜ ਜਾਂਦੇ ਕਿੱਥੇ ਹੋ, ਤੁਸੀਂ ਵਚਨ ਕੀਤਾ ਸੀ ਕਿ ਜੇ ਦਾਨ ਤੁਹਾਨੂੰ ਮਿਲ ਗਿਆ ਤੇ ਸਾਰੀ ਉਮਰ ਮੇਰੇ ਦਰ ਤੇ ਖੜੇ ਤੁਸੀਂ ਗੁਣ ਗਾਓਗੇ। ਤੇ ਹੁਣ ਤਾਂ ਮੇਰਾ ਰਾਜ ਕਿਉਂਕਿ ਪਤਾਲ ਦਾ ਹੈ ਤੇ ਤੁਹਾਨੂੰ ਇੱਥੇ ਹੀ ਰਹਿਣਾ ਪਏਗਾ, ਮੇਰੇ ਦਰ ਦੇ ਉੱਤੇ ਹੀ ਰਹਿਣਾ ਪਏਗਾ, ਜਾ ਨਹੀਂ ਸਕਦੇ। ਇਹ ਹੁਣ ਵਿਸ਼ਨੂੰ ਆਪਣੀ ਕੀਤੀ ਹੋਈ ਗੱਲ ਨਾਲ ਫਸ ਗਿਆ। ਤੇ ਫਿਰ ਹੁਣ ਵਿਸ਼ਨੂੰ ਜੀ ਨੂੰ ਡਿਊਟੀ ਜੇ ਉੱਥੇ ਦੇਣੀ ਪਵੇ ਤੇ ਹੁਣ ਬਾਕੀ ਜਗ੍ਹਾ ਉਹਨਾਂ ਦਾ ਸਵਰਗ ਦਾ ਜਿਹੜਾ ਸਿੰਘਾਸਨ ਹੈ ਉਹਨਾਂ ਦਾ ਉਹ ਖਾਲੀ ਹੋ ਗਿਆ। ਫਿਰ ਅਲਟੀਮੇਟਲੀ ਜੋ ਕਹਾਣੀ ਪੁਰਾਣਕ ਕਹਿੰਦੀ ਹੈ ਕਿ ਉਹਨਾਂ ਨੇ ਫਿਰ ਤਿੰਨੋਂ ਦੇਵਤੇ ਇਕੱਠੇ ਹੋਏ, ਵਿਸ਼ਨੂੰ ਜੀ ਵੀ, शिव जी भी ਤੇ ब्रह्मा जी भी, ਤੇ ਤਿੰਨਾਂ ਨੇ ਫਿਰ ਇਹ ਫੈਸਲਾ ਕੀਤਾ ਕਿ ਬਾਈ ਟਰਨ ਅਸੀਂ ਇਹ ਡਿਊਟੀ ਨਿਭਾਵਾਂਗੇ। ਤੇ ਵਾਰੀ-ਵਾਰੀ ਤਿੰਨੋਂ ਦੇਵਤੇ ਜਿਹੜੇ ਨੇ ਉਹ ਬਲ ਦੇ ਦਰਵਾਜ਼ੇ ਤੇ ਖੜੋ ਕੇ ਡਿਊਟੀ ਦਿੰਦੇ ਹਨ। ਸੋ ਇਹ ਉਹਨਾਂ ਦੀ ਕਥਾ ਹੈ। तो गुरबाणी में भी इस कहानी का रेफरेंस आता है जिहदे इस अद्धी पंक्ति के अंदर इस गल का रेफरेंस है कि अजू बल के द्वार खड़ो, कि विष्णु जड़ा है वो भी बल राजे के द्वार ते खड़ा है उस कहानी के रेफरेंस।
इस कहानी ਦੇ ਵਿੱਚ ਜਿਹੜਾ ਬੌਨਾ ਬਣ ਕੇ ਵਿਸ਼ਨੂੰ ਜੀ ਨੇ ਬਲ ਨੂੰ ਛਲਿਆ ਉਸ ਦਾ ਰੈਫਰੈਂਸ ਭੱਟ ਖਾਲਸਾਹਾਰ ਜੀ ਨੇ ਦਿੱਤਾ ਹੈ ਕਿ हे ਗੁਰੂ ਨਾਨਕ ਜੀ ਇਹ ਤੁਹਾਨੂੰ ਚੰਗਾ ਲੱਗਾ ਕਿ ਤੁਸੀਂ ਸਤਜੁਗ ਦੇ ਵਿੱਚ ਵੀ ਤੁਸੀਂ ਹੀ ਸੀ ਜਿਨਨੇ ਅਵਤਾਰ ਲੈ ਕੇ ਸਤਜੁਗ ਦਾ ਜੋ ਹੈ ਸਮੇਂ ਨੂੰ ਤੁਸੀਂ ਮਾਣਿਆ ਤੇ ਤੁਹਾਨੂੰ ਇਹ ਚੰਗਾ ਲੱਗਾ ਕਿ ਤੁਸੀਂ ਬੌਨੇ ਰੂਪ ਬਣ ਕੇ ਤੇ ਬਲ ਰਾਜੇ ਨੂੰ ਛਲਿਆ। ਕਹਿਣ ਤੋਂ ਮੁਰਾਦ ਕੀ ਹੈ ਕਿ ਉਹਨਾਂ ਦੇ ਭੱਟ ਖਾਲਸਾਹਾਰ ਦੀ ਨਜ਼ਰਾਂ ਦੇ ਅੰਦਰ ਜੋ ਵੀ ਅਵਤਾਰ ਹੋਏ ਨੇ, ਜੋ ਵੀ ਵਿਸ਼ਨੂੰ ਦੇ ਅਵਤਾਰ ਹੋਏ ਨੇ, ਉਹਨਾਂ ਦੇ ਅੰਦਰ ਵੀ ਉਹਨਾਂ ਨੂੰ ਗੁਰੂ ਨਾਨਕ ਦੇ ਹੀ ਸਾਰੀ ਸਮਰੱਥਾ ਜਿਹੜੀ ਹੈ, ਗੁਰੂ ਨਾਨਕ ਦੀ ਹੀ ਜੋਤ ਨਜ਼ਰ ਆਉਂਦੀ ਹੈ। ਇਹ ਜਿਹੜੇ ਸਾਰੇ ਜਿੰਨੇ ਵੀ ਸਵਈਏ ਮਹਿਲੇ ਪਹਿਲੇ ਕੇ ਹਨ, ਇਹਨਾਂ ਸਭ ਦੇ ਅੰਦਰ ਭੱਟ ਖਾਲਸਾਹਾਰ ਜੀ ਨੇ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੀ ਮਹਿਮਾ ਕੀਤੀ ਹੈ, ਉਹਨਾਂ ਨੇ ਇਹੀ ਵਿਚਾਰ ਪ੍ਰਗਟ ਕੀਤਾ ਹੈ ਕਿ ਗੁਰੂ ਨਾਨਕ ਜੋ ਹੈ ਉਸमें परमात्मा सर्वव्यापक है, तिवें ही गुरु नानक की जोत भी सर्वव्यापक है, चाहे समा या स्थान कुछ भी होवे। उन्होंने नज़र दे विच गुरु नानक दे वास्ते समय और स्थान का कोई रिस्ट्रिक्शन नहीं है। तो चाहे सतयुग का समा है, चाहे त्रेते का, चाहे द्वापर का, भावें जन्म गुरु नानक का जो शरीर रूप है वो कलयुग के होया जिहड़ी उन्हां दी समय दी वंड है, लेकिन भट्ट खालसाहार दी नज़रां दे अंदर गुरु नानक दी परम जोत दी शक्ति जिहड़ी है वो सब युगां दे अंदर मौजूद सी। ते जो भी प्रचलित कथावां ने जिन्हां दे अंदर परमात्मा दे बारे कहा जाता है या विष्णु जी के बारे कहा जाता है कि विष्णु ने अवतार लैके उस युग के देवते के रूप में अवतार लिया। भट्ट खालसाहार जी कहते हैं कि वो सब गुरु नानक की ही जोत सी। तो इस सवैये में भी वो गल कर रहे हैं कि सतयुग तय मानियो, हे गुरु नानक जी तुसी ही सतयुग दे विच इस समय नूं मानिया ते तुहानूं ये चंगा लगा कि तुसी बौना दा रूप धर के ते बल राजे नूं छल लिया, भाव उन्होंने तुसी बौना रूप बना के उहदे पासों दान लैके ते उहदा राज भाग उहदे कोलों खो लिया। ये तुहानूं उदों चंगा लगा। इसे ही दे अंदर फिर अगली लाइन कहते हैं त्रेता है, त्रेता देवी तत्ते ते दुलाइयां हैं जिहदा भाव है त्रेते विच, त्रेता तह मानियो, त्रेते युग दे विच भी तुसी मानिया ते अपने आप नूं तुसी उदों रघुवंश कुल दा दे अंदर जन्म लैके ते अपने आप नूं तुसी राम अखवाया। सो उन्हां दी नज़रां दे अंदर सतयुग के अंदर जो विष्णु का बावन अवतार सी वो भी गुरु नानक जी ही सन। ते त्रेते के अंदर जो रामचंद्र जी रघुवंश के अंदर दशरथ के घर पैदा होके जो भी उन्होंने काम किए वो भी उन्होंने गुरु नानक का ही रूप नजर आ रहे हैं। त्रेते तय मानियो राम रघुवंश कहायो। फिर अगली लाइन कहते हैं द्वापर कृष्ण मुरार कंस किरतारत की। हुण द्वापर के युग के जो है जो देवते होए जिन्हों सनातन मत ज़्यादा पूजा जाता है वो कृष्ण जी से उन्होंने भी विष्णु का अवतार मन्ने जाता है। रामचंद्र जी भी जोड़े हैं भी विष्णु का अवतार मन्ने जाते हैं। तो द्वापर के अंदर विष्णु का अवतार जोड़ा है कृष्ण जी को मन्निया जाता है। तो कहते हैं कि द्वापर कृष्ण मुरार कंस किरतारत की। मुरार का जो एक अर्थ तो यही है कि होमे नूं मारन वाला, एक अर्थ यह भी है मुर जमा अरी, मुर राक्षस दा वैरी। तो कृष्ण जी की जो जीवनी है वो अंदर एक भी बिरतांत आता है कि उन्होंने मुर राक्षस नूं भी उन्होंने मारिया सी तो उन्होंने नाम मुरारी पै गया। मुर जमा अरी, अरी का अर्थ होता है दुश्मन, मुर दा राक्षस के नाम तो मुर जमा अरी मुरारी। तो कहते हैं कि द्वापर दे विच हे गुरु जी तुसी ही सी जिहड़े कृष्ण रूप के अंदर तुसी मुरारी नूं उहनूं मुर राक्षस नूं भी मारिया ते कंस नूं भी मार के तुसी मुकत कर दिता। कंस जिहड़ा सी कृष्ण जी का रिश्ते च मामा लगता सीगा, पर वो है बहुत ही जालम राजा सी ते उसनूं नारद मुनि ने यह कह दिता सीगा कि तेरा जो मारन वाला है वो तेरी भैन के घर ही पैदा होएगा। ते उन्हें जिन्ने भी बच्चे ਉਹਦੀ भैन के हुंदे सीगे वो सारिਆਂ ਨੂੰ मारी ਜਾਂਦਾ ਸੀਗਾ। पर जो कृष्ण जी का जन्म होया
तो कथा ये कहती है कि भी उदों एकदम ऐसा माहौल बन गया कि बिल्कुल अंधेरा सी और अंधेरी हो गई और इतना जबरदस्त तूफान जो आया कि उसे हालात माहौल के अंदर ਵਾਸਦੇਵ ਜੀ ਜਿਹੜੇ ਸੀ ਉਹਦੇ ਪਿਤਾ, ਉਹ ਜਿਨ੍ਹਾਂ ਨੂੰ ਉਹਨੇ ਭਾਵੇਂ ਜੇਲ੍ਹ ਦੇ ਵਿੱਚ ਵੀ ਕੈਦ ਕੀਤਾ ਹੋਇਆ ਸੀਗਾ, ਉਹ ਜੇਲ੍ਹ ਦੇ ਦਰਵਾਜ਼ੇ ਵੀ ਖੁੱਲ ਗਏ ਤੇ ਉਹ ਕ੍ਰਿਸ਼ਨ ਜੀ ਨੂੰ ਲੈ ਕੇ ਤੇ ਗੋਕੁਲ ਚਲੇ ਗਏ, ਜਾ ਕੇ ਨੰਦ ਦੇ ਘਰ ਉਹਨੂੰ ਛੱਡ ਦਿੱਤਾ ਤੇ ਉੱਥੇ ਇੱਕ ਜਿਹੜੀ ਲੜਕੀ ਉਹਨਾਂ ਦੇ ਘਰ ਪੈਦਾ ਹੋਈ ਸੀ ਉਹਨੂੰ ਲਿਆ ਕੇ ਤੇ ਯਸ਼ੋਦਾ ਦੇ ਕੋਲ ਉਹਦੀ ਗੋਦ ਵਿੱਚ ਰੱਖ ਦਿੱਤਾ ਤੇ ਇਹ ਪ੍ਰਗਟ ਕੀਤਾ ਕਿ ਵੀ ਯਸ਼ੋਦਾ ਦੇ ਘਰ ਜੋ ਹੈ ਸੌਰੀ ਜੋ ਨਾਮ ਸੀ, ਸੌਰੀ ਯਸ਼ੋਦਾ ਤਾਂ ਉਹਦੀ ਸੀ, ਨੰਦ ਦੀ ਬੇਟੀ ਵਾਈਫ ਸੀ, ਜੋ ਇਹਨਾਂ ਦੀ ਮਾਤਾ ਸੀਗੀ, ਉਹਦੇ ਘਰ ਜੋ ਹੈ ਮਤਲਬ ਲੜਕੀ ਪੈਦਾ ਹੋਈ ਹੈ। तो कंस ने उस लड़की ਨੂੰ ਹੀ ਮਾਰ ਦਿੱਤਾ। तो खैर तो कृष्ण जी ਜਿਹੜੇ ਸੀ ਫਿਰ ਉਹਨਾਂ ਨੇ ਪਲੇ ਤਾਂ ਉਹ ਫਿਰ ਗੋਕੁਲ ਦੇ ਵਿੱਚ ਨੰਦ ਦੇ ਘਰ, ਤੇ ਉਸ ਤੋਂ ਬਾਅਦ ਜਦੋਂ ਵੱਡੇ ਹੋਏ ਤੇ ਉਹਨਾਂ ਨੂੰ ਜਦੋਂ ਮਥੁਰਾ ਬੁਲਾਇਆ ਗਿਆ ਤਾਂ ਉੱਥੇ ਜਾ ਕੇ ਫਿਰ ਉਹਨਾਂ ਨੇ ਕੰਸ ਦੇ ਨਾਲ ਯੁੱਧ ਕਰਕੇ ਤੇ ਉਸ ਕੰਸ ਨੂੰ ਮਾਰ ਦਿੱਤਾ। ਪਰ ਉਹਨਾਂ ਦੀ ਇਤਿਹਾਸਕ ਕਥਾ ਦੇ ਮੁਤਾਬਕ ਕਿਉਂਕਿ ਕੰਸ ਕ੍ਰਿਸ਼ਨ ਜੀ ਦੇ ਹੱਥੋਂ ਮਰਿਆ ਸੀਗਾ ਤੇ ਉਹ ਵਿਸ਼ਨੂੰ ਦੇ ਅਵਤਾਰ ਸੀਗੇ ਤੇ ਇਸ ਕਰਕੇ ਉਹਦੀ ਵੀ ਮੁਕਤੀ ਹੋ ਗਈ। ਤੋ ਇਹ ਉਹਨਾਂ ਦੀ ਜੋ ਪ੍ਰਚਲਿਤ ਕਥਾ ਹੈ ਉਹਦਾ ਰੈਫਰੈਂਸ ਦਿੰਦਿਆਂ ਹੋਇਆਂ ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਦੁਆਪਰ ਦੇ ਵਿੱਚ ਹੀ ਤੁਸੀਂ ਹੀ ਸੀ ਜਿਨ੍ਹਾਂ ਨੇ ਕ੍ਰਿਸ਼ਨ ਦੇ ਰੂਪ ਵਿੱਚ ਅਵਤਾਰ ਲੈ ਕੇ ਤੇ ਕੰਸ ਨੂੰ ਮਾਰ ਕੇ ਉਸ ਨੂੰ ਵੀ ਮੁਕਤ ਕਰ ਦਿੱਤਾ। ਫਿਰ ਉਸ ਤੋਂ ਬਾਅਦ ਜਿਹੜਾ ਕੰਸ ਦਾ ਜਿਹੜਾ ਰਾਜ ਸੀਗਾ ਉਹ ਕੰਸ ਦੇ ਪਿਤਾ ਜੋ ਕਿ ਕ੍ਰਿਸ਼ਨ ਜੀ ਦੇ ਨਾਨਾ ਜੀ ਸਨ ਉਗਰਸੈਨ ਨੂੰ ਉਹ ਰਾਜ ਉਹਨਾਂ ਨੇ ਦੇ ਦਿੱਤਾ। ਉਗਰਸੈਨ ਜਿਹੜਾ ਸੀਗਾ ਉਹ ਧਰਮੀ ਸੀਗਾ ਔਰ ਕ੍ਰਿਸ਼ਨ ਜੀ ਦਾ ਭਗਤ ਸੀ ਤੇ ਉਸ ਨੂੰ ਫਿਰ ਉਹਨਾਂ ਨੇ ਕੰਸ ਦੀ ਜਗ੍ਹਾ ਤੇ ਰਾਜ ਤੇ ਬਿਠਾਇਆ। ਤੇ ਹੁਣ ਕਿਉਂਕਿ ਉਹ ਧਰਮੀ ਰਾਜਾ ਸੀਗਾ ਤਾਂ ਜਨਤਾ ਜਿਹੜੀ ਸੀਗੀ ਉਹ ਵੀ ਸਾਰੀ ਜਿਹੜੀ ਹੈ ਹੁਣ ਕੰਸ ਦੇ ਡਰ ਤੋਂ ਮੁਕਤ ਹੋ ਗਈ। ਤਾਂ ਉਸ ਅਰਥ ਵਿੱਚ ਇਹ ਗੱਲ ਭੱਟ ਸਾਹਿਬ ਕਹਿੰਦੇ ਹਨ ਉਗਰਸੈਨ ਕੋ ਰਾਜ ਅਬੈ ਭਗਤਾ ਜਨ ਦਿਓ, ਤੇ ਭਗਤ ਜਨਾਂ ਨੂੰ ਜਿਹੜਾ ਹੈ ਉਹ ਡਰ ਤੋਂ ਰਹਿਤ ਮਾਹੌਲ ਜਿਹੜਾ ਸੀ ਉਹ ਕ੍ਰਿਸ਼ਨ ਜੀ ਨੇ ਜੋ ਪ੍ਰੋਵਾਈਡ ਕੀਤਾ ਸੀਗਾ। ਉਹ ਵੀ ਇਹ ਗੁਰੂ ਨਾਨਕ ਦੇਵ ਜੀ ਇਹ ਅਭੈ ਪਦ ਜਿਹੜਾ ਸੀ ਭਗਤ ਜਨਾਂ ਨੂੰ ਇਹ ਵੀ ਤੁਸੀਂ ਹੀ ਉਹਨਾਂ ਨੂੰ ਬਖਸ਼ਿਆ ਸੀ। ਇਸ ਤੋਂ ਅੱਗੇ ਕਹਿੰਦੇ ਹਨ ਕਿ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। हे गुरु नानक जी कलयुग ਵਿੱਚ ਵੀ ਤੁਸੀਂ ਹੀ ਪ੍ਰਮਾਣਿਕ ਹੋ। ਆਓ ਮੰਨੇ ਪਰਮੰਨੇ ਹੋ, ਤੁਹਾਨੂੰ ਸਭ ਜਾਣਦੇ ਹਨ ਜਿਹਦੀ ਸ਼ੋਭਾ ਸਾਰੀ ਜਗਤ ਵਿੱਚ ਮਸ਼ਹੂਰ ਹੈ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਤੇ ਤੁਸੀਂ ਹੀ ਅੱਗੋਂ ਆਪਣੀ ਜੋਤ ਨੂੰ ਗੁਰੂ ਅੰਗਦ ਵਿੱਚ ਤੇ ਗੁਰੂ ਅਮਰਦਾਸ ਵਿੱਚ ਰੱਖ ਕੇ ਤੇ ਆਪਣੇ ਆਪ ਨੂੰ ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ। ਸ੍ਰੀ ਗੁਰੂ ਰਾਜ ਅਭਿਚਲ ਅਟਲ ਆਦ ਪੁਰਖ ਫਰਮਾਇਓ, ਤੇ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਰਾਜ ਹੈ ਉਹ ਅਭਿਚਲ ਹੈ ਅਟਲ ਹੈ। ਅਵਿਚਲ ਤੋਂ ਭਾਵ ਜਿਹੜਾ ਹੈ ਜਿਹਨੂੰ ਕੋਈ ਹਿਲਾ ਨਹੀਂ ਸਕਦਾ, ਜਿਹਨੂੰ ਕੋਈ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਪਹੁੰਚਾ ਸਕਦਾ, ਆਪਣੇ ਟਿਕਾਣੇ ਤੋਂ ਬਦਲ ਨਹੀਂ ਸਕਦਾ, ਤੇ ਅਟਲ ਹੈ ਜਿਹੜਾ ਜਿਹਦਾ ਕਦੀ ਨਾਸ਼ ਨਹੀਂ ਹੁੰਦਾ। ਤੋਂ ਅਟਕਲ ਸਹਾਰ ਦੀ ਨਜ਼ਰਾਂ ਦੇ ਅੰਦਰ ਚਾਰੋਂ ਹੀ ਯੁਗਾਂ ਦੇ ਅੰਦਰ ਗੁਰੂ ਨਾਨਕ ਹੀ ਸਨ ਜਿਨ੍ਹਾਂ ਨੇ ਸਾਰੇ ਵੱਖੋ ਵੱਖਰੇ ਜਿਹੜੇ ਅਵਤਾਰਾਂ ਦੇ ਰੂਪ ਦੇ ਅੰਦਰ ਆਪਣੇ ਭਗਤਾਂ ਨੂੰ ਪ੍ਰੋਟੈਕਸ਼ਨ ਦਿੱਤੀ, ਉਹਨਾਂ ਦਾ ਉਧਾਰ ਕੀਤਾ। ਤੇ ਜੋ ਚਾਹੇ ਉਹ ਬਾਵਨ ਰੂਪ ਹੋ ਕੇ ਬਲ ਰਾਜੇ ਨੂੰ ਜੋ ਜਨਤਾ ਦਾ ਰਾਜਾ ਸੀਗਾ ਉਹਨੂੰ ਛਲ ਲਿਆ, ਚਾਹੇ ਰਾਮਚੰਦਰ ਜੀ ਬਣ ਕੇ ਤ੍ਰੇਤੇ ਯੁੱਗ ਦੇ ਅੰਦਰ ਵੀ ਜੋ ਵੀ ਕੰਮ ਕੀਤੇ, ਅਤੇ ਦੁਆਪਰ ਦੇ ਕ੍ਰਿਸ਼ਨ ਜੀ ਦੇ ਰੂਪ ਵਿੱਚ ਹੋ ਕੇ ਕਿਸ ਕੰਸ ਨੂੰ ਮਾਰਿਆ। ਕਲਯੁਗ ਦੇ ਅੰਦਰ ਗੁਰੂ ਨਾਨਕ ਨੇ ਆਪ ਹੀ ਆਪਣੀ ਜੋਤ ਰੂਪ ਵਿੱਚ ਜਗਤ ਦਾ ਉਧਾਰ ਕੀਤਾ, ਤੇ ਫਿਰ ਗੁਰੂ ਅੰਗਦ ਤੇ ਗੁਰੂ ਅਮਰਦਾਸ ਦੇ ਰੂਪ ਵਿੱਚ ਵੀ ਅੱਗੋਂ ਆਪਣੀ ਜੋਤ ਨੂੰ ਅੱਗੇ ਬਣਾਇਆ। तो ਇਹ ਗੁਰੂ ਨਾਨਕ ਦਾ ਜੋ ਰਾਜ ਹੈ ਉਹ ਅਚਲ ਹੈ ਤੇ ਅਟਲ ਹੈ, ਅਭਿਚਲ ਹੈ ਤੇ ਅਟਲ ਹੈ। ਇਹਦੇ ਵਿੱਚ ਕੋਈ ਕਿਸੇ ਵਕਤ ਵੀ ਇਹਦੇ ਅੰਦਰ ਕੋਈ ਵਿਘਨ ਨਹੀਂ ਪੈ ਸਕਦਾ। तो इस तरीके ਦੇ ਨਾਲ ਇਹ ਹੈ ਕਿ ਭੱਟ ਕਲਸਹਾਰ ਜੀ ਦੀ ਨਜ਼ਰਾਂ ਦੇ ਅੰਦਰ ਸਾਰੇ ਕਿਸੇ ਵੀ ਸਮੇਂ ਦੇ ਭੇਦ ਤੋਂ ਬਿਨਾ ਗੁਰੂ ਨਾਨਕ ਹੀ ਹੈ ਜੋ ਆਪਣੀ ਸਮਰੱਥਾ ਦੇ ਨਾਲ ਸਾਰੇ ਯੁੱਗ ਦਾ ਸਭ ਯੁਗਾਂ ਵਿੱਚ ਲੋਕਾਈ ਦਾ ਉਧਾਰ ਕਰ ਰਹੇ ਹਨ। अगला सही है जो है 8वां
ਉਹਦੇ ਵਿੱਚ ਹੁਣ ਜੋ ਕਰੰਟ ਏਜ 'ਚ ਆ ਜਾਂਦੇ ਹਨ, ਹੁਣ ਸਿਰਫ ਕਲਯੁਗ ਦੇ ਜੋ ਭਗਤਾਂ ਦੀ ਗੱਲ ਕਰਦੇ ਹੋਇਆ ਭੱਟ ਖਾਲਸਾਰ ਜੀ ਕਹਿੰਦੇ ਹਨ, ਗੁਣ ਗਾਵੈ ਰਵਿਦਾਸ ਭਗਤ ਜੈਦੇਵ ਤ੍ਰਿਲੋਚਨ, ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ, ਭਗਤ ਬੇਨ ਗੁਣ ਰਵੈ ਸਹਿਜ ਆਤਮ ਰੰਗ ਮਾਣੈ, जोग ध्यान गुर ज्ञान बिना प्रभ अवर न जाने, सुख देओ परीक्षित गुण रवै, गौतम रिख जस गायो कब कल सुजस नानक गुर नित नव तन जग छायो। 1900 जी ਭੱਟ ਜੀ ਕਹਿੰਦੇ ਹਨ ਕਿ ਭਗਤ ਰਵਿਦਾਸ, ਜੈਦੇਵ ਅਤੇ ਤ੍ਰਿਲੋਚਨ ਇਹ ਵੀ ਤੁਹਾਡੇ ਗੁਣ ਗਾ ਰਹੇ ਹਨ। ਭਗਤ ਨਾਮਦੇਵ, ਕਬੀਰ ਇਹ ਵੀ ਤੁਹਾਡੇ ਗੁਣ ਗਾਉਂਦੇ ਹਨ ਤੇ ਜਾਣ ਇਹ ਕਹਿ ਕੇ ਤੁਹਾਡੀ ਵਡਿਆਈ ਕਰਦੇ ਹਨ ਕਿ ਤੁਸੀਂ ਸਮਲੋਚਨ ਹੋ। ਲੋਚਨ ਦਾ ਅਰਥ ਹੁੰਦਾ ਹੈ ਨਜ਼ਰ, ਦ੍ਰਿਸ਼ਟੀ। ਸਮ ਦਾ ਅਰਥ ਹੁੰਦਾ ਹੈ ਬਰਾਬਰ। ਤੋ ਸਮਲੋਚਨ ਦਾ ਭਾਵ ਹੋ ਗਿਆ ਜਿਹਦੀ ਦ੍ਰਿਸ਼ਟੀ ਸਮਾਨ ਹੈ, ਭਾਵ ਜਿਹੜਾ ਸਾਰੀ ਲੋਕਾਈ, ਸਾਰੀ ਦੁਨੀਆ ਨੂੰ ਇੱਕ ਬਰਾਬਰ ਜਾਣਦਾ ਹੈ। ਗੁਰੂ ਨਾਨਕ ਦੀ ਨਜ਼ਰਾਂ ਦੇ ਵਿੱਚ ਕੋਈ ਊਚ ਨੀਚ, ਕੋਈ ਅਮੀਰ ਗਰੀਬ, ਕੋਈ ਹਿੰਦੂ ਮੁਸਲਮਾਨ ਦਾ ਕੋਈ ਭੇਦ नहीं है। तो भगत कबीर तो ਭੱਟ ਕਲਸਹਾਰ ਜੀ ਜੋ ਹੈ ਉਹ ਕਹਿੰਦੇ ਹਨ ਕਿ ਰਵਿਦਾਸ, ਜੈਦੇਵ ਅਤੇ ਤ੍ਰਿਲੋਚਨ ਵੀ ਤੁਹਾਡੇ ਗੁਣ ਗਾਉਂਦੇ ਹਨ। ਨਾਮਦੇਵ, ਕਬੀਰ ਵੀ ਤੁਹਾਡੀ ਵਡਿਆਈ ਗਾਉਂਦੇ ਹਨ ਤੇ ਤੁਹਾਨੂੰ ਕਹਿੰਦੇ ਹਨ ਕਿ ਤੁਸੀਂ ਸਮਲੋਚਨ ਹੋ, ਸਮਦ੍ਰਿਸ਼ਟੀ ਵਾਲੇ ਹੋ, ਸਭ ਨੂੰ ਇੱਕ ਨਜ਼ਰ ਨਾਲ ਦੇਖਣ ਵਾਲੇ ਹੋ। ਇਸ ਤੋਂ ਅੱਗੇ ਕਹਿੰਦੇ ਹਨ ਭਗਤ ਬੇਨ ਗੁਣ ਰਵੈ ਸਹਿਜ ਆਤਮ ਰੰਗ ਮਾਣੈ। ਬੇਣੀ ਭਗਤ ਵੀ ਤੁਹਾਨੂੰ ਇਹ ਕਹਿ ਕੇ ਯਾਦ ਕਰਦਾ ਹੈ ਕਿ ਤੁਸੀਂ ਅਡੋਲ ਅਵਸਥਾ ਦੇ ਮਾਲਕ ਹੋ ਔਰ ਅਡੋਲ ਅਵਸਥਾ 'ਚ ਰਹਿ ਕੇ ਹੀ ਪ੍ਰਭੂ ਦੇ ਨਾਲ ਮਿਲਾਪ ਦਾ ਆਨੰਦ ਮਾਣਦੇ ਹੋ। ਸਹਿਜ ਆਤਮ ਰੰਗ ਮਾਣੈ, ਆਤਮ ਰੰਗ ਪਰਮਾਤਮਾ ਦੇ ਰੰਗ ਨੂੰ ਆਪਣੇ ਅੰਦਰ ਹੀ ਤੁਸੀਂ ਮੰਨਦੇ ਹੋ, ਸਹਿਜ ਦੇ ਵਿੱਚ, ਅਡੋਲ ਅਵਸਥਾ ਦੇ ਵਿੱਚ ਰਹਿ ਕੇ। ਫਿਰ ਅੱਗੇ ਕਹਿੰਦੇ ਹਨ ਯੋਗ ਧਿਆਨ ਔਰ ਯੋਗ ਧਿਆਨ ਗੁਰ ਗਿਆਨ। ਯੋਗ ਦੇ ਧਿਆਨ ਵਿੱਚ ਤੇ ਗੁਰੂ ਦੇ ਗਿਆਨ ਦੁਆਰਾ ਜੋ ਮੇਲ ਵਾਲੀ ਸੁਰਤੀ ਹੈ ਉਸ ਦੇ ਰਾਹੀਂ ਤੁਸੀਂ ਪ੍ਰਭੂ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਪਛਾਣਦੇ, ਭਾਵ ਹੋਰ ਕਿਸੇ ਦੀ ਆਰਾਧਨਾ ਨਹੀਂ ਕਰਦੇ, ਹੋਰ ਕਿਸੇ ਨੂੰ ਨਹੀਂ ਤੁਸੀਂ ਮੰਨਦੇ ਸਿਵਾਏ ਉਸ ਪਰਮਾਤਮਾ ਦੇ। तो चाहे तुसी जिस तरह योगी लोग ध्यान लगाते हैं या गुरु का ज्ञान जिस तरह है उस सारे दे सुरती दे विच भी स्वाए प्रभु दे तुसी होर किसी दे नाल भी सुरत नहीं जोड़ते। तो इसीलिए तुहाडे अंदर हमेशा प्रभु दे मिलाप का आनंद बनिया रहिंदा है। अगे कहते हैं सुख दियो परीक्षित गुण रवै गौतम रिख जस गायो। सुखदेव, परीक्षित ਤੇ ਗੌਤਮ। ਸੁਖਦੇਵ ਜਿਹੜਾ ਹੈ ਇਹ ਬਿਆਸ ਰਿਸ਼ੀ ਦਾ ਪੁੱਤਰ ਸੀ, ਜਿਹਦੇ ਬਾਰੇ 'ਚ ਇਹ ਮਸ਼ਹੂਰ ਹੈ ਕਿ ਉਹ ਪੈਦਾ ਹੁੰਦਿਆਂ ਸਾਰ ਹੀ ਜਿਹੜਾ ਹੈ ਤਪ ਕਰਨ ਵਾਸਤੇ ਜੰਗਲਾਂ ਨੂੰ ਚਲਾ ਗਿਆ ਕਿ ਉਹਨੂੰ ਇਹ ਸੀਗਾ ਕਿ ਮੇਰੇ ਤੇ ਮਾਇਆ ਦਾ ਪ੍ਰਭਾਵ ਨਾ ਪੈ ਜਾਵੇ। तो पहले ਉਹਦੇ ਬਾਰੇ ਇਹ ਵੀ ਕਥਾ ਆਉਂਦੀ ਹੈ ਕਿ ਵੀ ਉਹ ਮਾਤਾ ਦੇ ਗਰਭ ਚੋਂ ਬਾਹਰ ਹੀ ਨਹੀਂ ਸੀ ਆਉਂਦਾ ਤੇ ਜੋ ਨਾਰਮਲ ਸਮੇਂ 'ਚ 9 ਮਹੀਨੇ ਤੋਂ ਬਾਅਦ ਬੱਚੇ ਨੂੰ ਜਨਮ ਲੈਣਾ ਚਾਹੀਦਾ ਹੈ ਉਹ ਕਿੰਨਾ ਸਮਾਂ ਉਸ ਤੋਂ ਉੱਤੇ ਲੰਘ ਗਿਆ ਤੇ ਉਹ ਜਨਮ ਹੀ ਨਾ ਲਵੇ, ਬਾਹਰ ਆਵੇ ਹੀ ਨਾ। फिर उन्होंने जो ब्यास ऋषि ने फिर मतलब है कि रब अगे बेनती की तो उसनों रब ने या जो भी उन्होंने उत्थे कहा लिया, विष्णु जी ने कहा, जिन्हें भी कहा कि तू जिन्ने देर जब तक तू घर तो निकल के जंगल तक नहीं पहुंच जाएगा उन्नी देर तक माया का जो असर है वो सस्पेंडेड है, टैंपरेरीली उन्होंने रोक दिता जाएगा, जो टैंपरेरी कर्फ्यू लग जाएगा। तो उन्होंने कथा यह कहती है कि ब्यास का पुत्र जो सुखदेव ने जन्म लिया ਤੇ ਜਨਮ ਲੈਂਦਿਆਂ ਸਾਰ ਹੀ ਇਹ ਜੰਗਲ ਨੂੰ ਚਲਾ ਗਿਆ। ਜਨਮ ਲੈਂਦਿਆਂ ਸਾਰ ਤੇ ਉਹ ਜਿੰਨਾ ਟਾਈਮ ਉਹਨੂੰ ਲੱਗਿਆ ਉਹਨੇ ਟਾਈਮ ਦੇ ਵਿੱਚ ਜਿੰਨੇ ਬੱਚੇ ਹੋਰ ਪੈਦਾ ਹੋਏ ਜਿਨ੍ਹਾਂ ਦੀ ਗਿਣਤੀ ਸ਼ਾਇਦ ਉਹ 60-70 ਦੇ ਕਰੀਬ ਕਹਿੰਦੇ ਹਨ, ਉਹ ਸਾਰੇ ਵੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਗਏ। ਉਹ ਇਹ ਇਸ ਦੇ ਬਾਰੇ ਹੈ। तो ਇਹ ਫਿਰ ਇਹ ਜਦੋਂ ਇਹਨੇ ਉੱਥੇ ਜੰਗਲ ਵਿੱਚ ਭਗਤੀ ਕਰਦਾ ਰਿਹਾ ਤਾਂ ਇਹਦੇ ਸਿਰ ਦੇ ਵਿੱਚ ਕਹਿੰਦੇ ਜੀ ਘੋਂਸਲਾ ਬਣ ਗਿਆ ਜਿਹਦੇ ਵਿੱਚ ਪਕਸ਼ੀਆਂ ਨੇ ਵੀ ਆਪਣਾ ਘਰ ਬਣਾ ਲਿਆ। ਪਰ ਉਹ ਉਸ पक्षी जड़े सी ना वो आपस एक दिन
हुआ तो कवि सन या जो भी सन वो आपस ਵਿੱਚ ਗੱਲ ਕਰ ਰਹੇ ਸਨ ਕਿ ਅਸੀਂ ਜਿੱਥੇ ਘੌਂਸਲਾ ਬਣਾਇਆ ਹੈ ਇਹ ਬੰਦਾ ਤਾਂ ਨਿਗਰਾ ਹੈ ਤੇ ਇਹਦੇ ਸੰਗਤ 'ਚ ਰਹਿ ਕੇ ਸਾਡਾ ਵੀ ਜਿਹੜਾ ਹੈ ਨਾ ਜੀਵਨ ਖਰਾਬ ਹੋ ਜਾਏਗਾ। ਉਹਨਾਂ ਦੀ ਗੱਲ ਸੁਣ ਕੇ ਫਿਰ ਸੁਖਦੇਵ ਨੂੰ ਧਿਆਨ ਆਇਆ ਕਿ ਭਈ ਮੈਂ ਵੀ ਇਹ ਕੋਈ ਗੁਰੂ ਧਾਰਨ ਕਰਾਂ। ਤਾਂ ਫਿਰ ਉਸਨੇ ਆਪਣੇ ਪਿਤਾ ਦੀ ਸਲਾਹ ਮੰਨ ਕੇ ਤੇ ਜਨਕ ਰਾਜੇ ਨੂੰ ਆਪਣਾ ਗੁਰੂ ਧਾਰਨ ਕੀਤਾ। ਤਾਂ ਉਹਦੀ ਵੀ ਅੱਗੋਂ ਲੰਬੀ ਜੀ ਕਹਾਣੀ ਹੈ ਕਿ ਕਿਵੇਂ ਉਹਨੂੰ ਗੁਰੂ ਦੀਕਸ਼ਾ ਮਿਲੀ, ਕੋਈ ਸਿੱਖਿਆ ਮਿਲੀ ਜਨਕ ਰਾਜੇ ਕੋਲੋਂ। ਉਹ ਖੈਰ ਇਹ ਸੁਖਦੇਵ ਹੈ। तो परीक्षित जिहड़ा है वो अर्जन का पुत्रा अभिमन्यु का पुत्र सी। ते इसने एक ऋषि का अपमान किया सीगा जिहदे करके फिर इहनूं श्राप मिल गया सी ते सप दे डसन नाल इहदी मौत हो गई सी। गौतम ऋषि जिहड़ा है वो सतयुग दे विच होया सी ते उहनूं भी वड्डे ऋषियां की गिनती च गिनिया जाता है। तो पटकल सहार जी इन्हां दा भी नाम लैके कहते हाँ जो आवाज आ रही है विजय आप जी सुन पा रहे हो? हाँ जी होम कनेक्शन दोबारा आया, कनेक्शन कट गया सी मेरा। ठीक है जी। तो किथे तक क्लियर सी कि जो दोबारा मैं रिपीट करा उन्होंने अखीरली लाइन दे अर्थ आ गए सन। गौतम ऋषि तो शुरू कर दो। तो सुखदेव परीक्षित ते गौतम ऋषि जिहड़े सन वो भी हे गुरु नानक जी तुहाडा ही जस गांदे हन ते अखीरली लाइन दे अंदर फिर पटकल सहार जी आखदे हन कि अब कल सुजस नानक गुर नित नव तन जग छायो। ऐसे गुरु नानक दे जिसका प्रभाव जिसके गुण सारे जगत दे विच फैले हुए हैं ਅਤੇ जिस दे रोज नित नवे गुण प्रगट होंगे हैं। नित नवतन तो भाव है नित नवे। तो जिन्हें भी गुरु नानक दे गुण गाए जान नित उन्होंने नवे तो नवे गुण जिहड़े हैं वो प्रगट होंगे हैं। ऐसे गुरु नानक दे सोहणे जस नूं कल सहार जी कहते हैं कि मैं भी उन्होंने गुण गांदा हाँ। अगे 9वां सवैया गुण गावे पयाल भगत नागाद भुजंगम महादेव गुण रवै सदा जोगी जत जंगम। गुण गावे मुन व्यास जिन वेद व्याकरण विचारे ब्रह्मा गुण उचरै जिन हुक्म सब सृष्ट सवारी। ये सृष्ट का स्पैलिंग थोड़े गलत ने, ठीक नहीं है। सृष्ट दे मतलब रारा जड़ा है ना पहले सस्से के थले होना चाहिए ते सियारी भी पहले सस्से नूं लगी होनी चाहिए है। तो ये टाइपिंग थोड़ा एरर है। सियारी और जड़ा अद्धा रारा पैर का है वो भी पहले सस्से के नाल अटैच ने। उचारण होएगा सृष्ट। सस्से के पैर च अद्धा रारा ते ओदी सियारी जिहड़ी है वो रारे नूं लग जाती है तो उचारण होएगा सृष्ट। जिन हुक्म सब सृष्ट सवारी। तो ये जिहड़े लफज हैं ना एक तो ब्यास लफज है बब्बे के थले अद्धा यईया है तो वो जो कन्ने दे लाम जिहड़ी मात्रा है कन्ने की मात्रा वो भी यईये नूं जाके लगेगी तो इसका उच्चारण होएगा ब्यास। ये ब्यास ऋषि के वास्ते आया है लफज। गुण गावे मुन ब्यास यईये नूं सियारी लग जाएगी ब्यास। जिन वेद व्याकरण विचारे व्याकरण
ਬੱਬੇ ਦੇ ਪੈਰ ਜਿੱਦਾਂ ਯਈਆ ਹੈ ਤੇ ਕੰਨਾ ਜਿਹੜਾ ਹੈ ਉਹ ਯਈਆ ਨੂੰ ਵੀ ਲੱਗੇਗਾ। ਤਾਂ ਵਿਆਕਰਨ ਵਿਚਾਰੇ, ਜਿਹੜਾ ਰਾਰੇ ਦੀ ਸਿਆਰੀ ਤੋਂ ਬਾਅਦ ਐੜਾ ਲੱਗਾ ਹੈ ਵਿਚਾਰੇ, ਇਹਦਾ ਉਚਾਰਨ ਵੱਖਰਾ ਨਹੀਂ ਕਰਨਾ, ਵਿਚਾਰੀਏ ਨਹੀਂ ਕਰਨਾ। ਇਹਦਾ ਕਈ ਲੋਕ ਪਾਠ ਇਸ ਤਰ੍ਹਾਂ ਕਰਦੇ ਹਨ ਵਿਚਾਰੀਏ, ਉਹ ਗਲਤ ਉਚਾਰਨ ਹੈ। ਇਹ ਅਖੀਰਲਾ ਐੜਾ ਜਿਹੜਾ ਲਗਾਇਆ ਜਾਂਦਾ ਹੈ ਇਹ ਸਿਰਫ ਅਖੀਰਲੇ ਲਫ਼ਜ਼ ਦੀ ਸਾਊਂਡ ਨੂੰ ਲਮਕਾਉਣ ਵਾਸਤੇ ਹੁੰਦਾ ਹੈ। तो जिवें विचारे इस तरह आएगा, विचारे जिन वेद व्याकरण विचारे, ब्रह्मा गुण उचरै जिन हुक्म सब सृष्ट सवारी। इत्थे भी रारे दी बिहारी दी साउंड जिहड़ी है वो लंबी हो जाएगी। सवारिया करके नहीं इहनूं पढ़ना, ऐड़ा वखरा नहीं पढ़िया जाएगा। सवारी तो री दी जिहड़ी ई दी मात्रा है, बिहारी दी मात्रा है, ਉਹਦਾ उच्चारण लंबा हो जाएगा। जिन वेद व्याकरण विचारे ब्रह्मा गुण उचरै जिन हुक्म सब सृष्ट सवारी। इस तरीके का उच्चारण होएगा। हाँ जी अगे ब्रह्मांड खंड पूर्ण ब्रह्म गुण निर्गुण सम जानियो, जप कल सुजस नानक गुर सहज जोग जिन मानियो। तो पायाल, पायाल का अर्थ है अताल। नागाद, नाग जमा आद, नाग कहते हैं सप्पां नूं, नाग आद, नाग आदिक, सप आदिक। महादेव शिव जी का ही नाम है। जोगी अते जंगम ये वख-वख तरह के जोगियां दे भेख ने, 6 भेख ने, जो जोगी जंगम मुन ते इस तरीके दे इन्हां दे विचों एक भेख है। मुनि, मुन का अर्थ हुंदा है ऋषि, ऋषि और मुनि। मुनि जिहड़े आम तौर पर मौन रहंदे हन, तो ये ब्यास दे नाल लग्या होया लफज है मुनि ब्यास, ब्यास मुनि। वेद व्याकरण विचारे ब्रह्मा गुण उतरै जिन हुक्म सब सृष्ट सवारे। ब्रह्मांड खंड पूर्ण ब्रह्म, ब्रह्मांड तो भाव है सारी सृष्टि, ते खंड ਉਹਦੇ ਟੁਕੜੇ अलग-अलग हिस्से। ब्रह्मांड सारी सृष्टि और ਉਹਦੇ ਜਿਹੜੇ ਹਿੱਸੇ ਜਿਨ੍ਹਾਂ ਦੇ ਵਿੱਚ सर्व व्यापक जो ब्रह्म है भाव अकाल पुरख। गुण निर्गुण सम जानियो, गुण का भाव है सरगुण स्वरूप, निर्गुण का भाव है निर्गुण स्वरूप। तो इस वजह च भट्ट खालसा जी कहते हैं कि पाताल लोक विच भी अते शेषनाग भी हे गुरु नानक जी तुहाडे गुण गाते हैं। महादेव भुजंगम, भुजंगम का अर्थ भी सप ही है, भुजंग भी सप वास्ते लफज है। नागाद भुजंगम, शेषनाग तो नागाद जिहड़ा नाग लफज जिहड़ा वो शेषनाग वास्ते उचेचा आया है, ते भुजंगम इन जनरल सप्पां वास्ते। तो पाताल दे लोक भी अते शेषनाग समेत सारे जिहड़े सप हन वो भी तुहाडे गुण गाते हैं। महादेव गुण रवै, तो शिव जी जिहड़े हन वो भी तुहाडे ही गुण गाते हैं। उन्हां दे नाल जिहड़े जोगी जति ते जंगम जिहड़े हन वो भी सदा ही तुहाडे गुण गा रहे हैं। व्यास मुनि जिन्हों के वेद व्यास करके भी जानिया जाता है और चारों वेदां दा रचन वाला क्रेडिट उन्होंने दिता जाता है। तो व्यास मुनि जिहड़े हैं जिन्हां ने वेदां दी और व्याकरण दी विचार जिहड़ी है जगत नूं दित्ती, वो भी गुरु नानक दे गुण गांदा है। ब्रह्मा जो देवता है ना, तो 3 जिहड़े प्रमुख देवते हैं ब्रह्मा जी, विष्णु जी ते शिव जी। तो ब्रह्मा की ड्यूटी है सारे जगत की क्रिएशन करन दी, उन्होंने पुराणिक हिसाब के मुताबिक। तो वो ब्रह्मा भी जिहड़ा है वो भी अकाल पुरख के हुक्म दे विच जिन्हें सारी सृष्टि की रचना की, वो भी गुरु नानक के गुण उच्चारण करता है, गुण गाता है। सारे सृष्टि के अंदर जितने भी हिस्से हैं ब्रह्मांड खंड सारी सृष्टि विच जिन्हां जिथे जिस गुरु नानक ने परमात्मा दे सरगुण और निर्गुण स्वरूप नूं एक समान जानिया है। ब्रह्मांड खंड पूर्ण ब्रह्म, वो जो अकाल पुरख सारे सृष्टि दे विच रमिया होया है, जिसनों गुरु नानक ने सरगुण स्वरूप और निर्गुण स्वरूप दे विच एक सम मैंने बराबर जानिया है। ऐसे गुरु नानक के गुण कल सहार कहता है, जप कल सुजस नानक गुर सहज जोग जिन मानियो। कल कवि भी उस गुरु नानक का सुंदर जस गान करता है, जिन्हें अडोल अवस्था दे विच
ਔਰ ਪਰਮਾਤਮਾ ਦੇ ਨਾਲ ਮਿਲਾਪ ਦੇ ਆਨੰਦ ਨੂੰ ਮਾਣਿਆ ਹੈ। ਜਪ ਕਲ ਸੁਜਸ ਨਾਨਕ ਗੁਰ, ਸੁਜਸ ਤੋਂ ਭਾਵ ਹੈ ਚੰਗੇ ਸੋਹਣੇ ਗੁਣ। ਉਸ ਨਾਨਕ ਗੁਰੂ ਦੇ ਮੈਂ ਸੋਹਣੇ ਗੁਣ ਗਾਇਨ ਕਰਦਾ ਹਾਂ, ਜਿਨੇ ਅਡੋਲ ਅਵਸਥਾ ਦੇ ਵਿੱਚ ਪਰਮਾਤਮਾ ਦੇ ਨਾਲ ਮਿਲਾਪ ਦਾ ਆਨੰਦ ਮਾਣਿਆ ਹੈ। तो इस लड़ी का जो आखिरी सवैया है 10वां जो सवैये महले पहले का वो है गुण गावै नवनाथ धन गुर साच समायो, मान दाता गुण रवै जेन चक्रवै कहायो। गुण गावै बल राओ सपत पाताल बसंतो, परथर गुण उचरै सदा गुर संग रहंतो। दूरबा प्रूरो अंगरै गुर नानक जस गायो, कब कल सुजस नानक गुर घट घट सहज समायो। गुण गावे नवनाथ, नवनाथ मैंने नौ नाथ, ये योगियां दे ਜਿਹੜੇ प्रमुख जोगी होए हैं नाथ जोगी, ਉਹਨਾਂ ਦੇ ਵਿੱਚੋਂ 9 प्रमुख ਗਿਣੇ ਜਾਂਦੇ ਹਨ, ਜਿਨ੍ਹਾਂ 'ਚ ਗੌਰਵ ਤੇ ਮਛਿੰਦਰ ਆਦਿ ਦਾ ਨਾਮ ਵੀ ਆਉਂਦਾ ਹੈ। तो ਉਹਨਾਂ ਨੂੰ 9 ਨਾਥ ਕਰਕੇ ਭੱਟ ਖਾਲਸਾ ਜੀ ਉਹਨਾਂ ਦਾ ਰੈਫਰੈਂਸ ਦੇ ਰਹੇ ਹਨ ਕਿ ਜਿਹੜੇ 9 ਪ੍ਰਮੁੱਖ ਜੋਗੀ ਹਨ ਉਹ ਵੀ ਤੁਹਾਡੇ ਗੁਣ ਗਾਉਂਦੇ ਹਨ। ਇਹ ਗੁਰੂ ਨਾਨਕ ਧੰਤਾ ਦੇ ਯੋਗ ਹੈ ਤੇ ਸਦਾ ਉਸ ਪਰਮਾਤਮਾ ਦੇ ਵਿੱਚ ਹੀ ਲੀਨ ਹੈ। ਗੁਣ ਗਾਵੇਂ ਨਵਨਾਥ, ਕੀ ਗੁਣ ਗਾਉਂਦੇ ਹਨ ਕਿ ਧਨ ਗੁਰ ਸਾਚ ਸਮਾਇਓ। ਗੁਰੂ ਨਾਨਕ ਧਨ ਹੈ ਜੋ ਸਾਚ ਦੇ ਵਿੱਚ, ਸਾਚ ਦੇ ਸੱਚੇ ਨੂੰ ਸਿਆਰੀ ਹੈ, ਜਿਹਦਾ ਅਰਥ ਹੈ ਸੱਚੇ ਦੇ ਵਿੱਚ समायो, समाया होया है। गुरु नानक धन है जो कि उस सच्चे सदा कायम रहने वाले अकाल पुरख के अंदर लीन है, समाया होया है। इस तरीके दे नाल ये 9 नाथ जिहड़े हन गुरु नानक दे गुण गाते हैं। मन दाता गुण रवै जेन चक्रवै कहायो। मन दाता जिहड़ा कि अपने आप को चक्रवर्ती राजा अखवांदा सी, वो भी गुरु नानक देव जी दे ही गुण गांदा है। फिर कहते हैं गुण गावे बल राओ, बल राओ ये फिर उसे ही राजे का, बल राजे का जिक्र आ रहा है जिहदी हुणे कथा असी सुनी है। गुण गावे बल राओ सपत पाताल बसंतो, जिहड़ा कि 7वें पताल दे विच बसदा है। जिवें उस कहानी दे विच दस्सिया सीगा कि बई विष्णु जी ने उन्होंने ਉਹਦੀ छाती ते पैर रख के ते ਉਹਨੂੰ पताल दे विच भेज दिता ते फिर पताल दा ही ਉਹਨੂੰ राज दे दिता। तो बल राजा भी आप जी दे ही गुण गांदा है, जिहदा वासा 7वें पताल दे विच है। परथर गुण उचरै सदा गुर संग रहंतो, परथर जोगी जो सदा ही अपने गुरु गोरख दे नाल ही रहिंदा सी, ਉਹ भी तुहाडे ही गुण उचारण करदा है। परथर गुण उचरै सदा गुर संग रहंतो। परथर ਜਿਹੜਾ ਰਾਜਾ ਭਰਥਰੀ ਸੀ ਉਹ ਰਾਜ ਭਾਗ ਨੂੰ ਤਿਆਗ ਕੇ ਤੇ ਜੋਗੀ ਬਣ ਗਿਆ, ਕੰਨ ਪੜਵਾ ਲਏ, ਮੁੰਦਰਾ ਪਾ ਲਈਆਂ ਤੇ ਫਿਰ ਗੁਰੂ ਗੋਰਖ ਦੀ ਸ਼ਰਨ ਦੇ ਵਿੱਚ ਆ ਕੇ ਹੀ ਰਹਿਣ ਲੱਗ ਪਿਆ। ਤਾਂ ਉਹਦਾ ਰੈਫਰੈਂਸ ਦਿੰਦੇ ਹੋਏ ਭੱਟ ਖਾਲਸਾ ਜੀ ਕਹਿੰਦੇ ਹਨ ਕਿ ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ, ਜਿਹੜਾ ਭਰਥਰ ਰਾਜਾ ਯੋਗੀ ਬਣ ਗਿਆ ਸੀ ਅਤੇ ਹਮੇਸ਼ਾ ਹੀ ਗੁਰੂ ਗੋਰਖ ਦੀ ਸ਼ਰਨ ਵਿੱਚ ਰਹਿੰਦਾ ਸੀ, ਉਹ ਵੀ ਤੁਹਾਡੇ ਹੀ ਗੁਣ ਗਾਉਂਦਾ ਹੈ। ਦੂਰਬਾ ਪ੍ਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ। दूरबा जिहड़ा रेफरेंस है वो है दुर्वासा ऋषि के बारे। पुरूरो राजा पुरूरव होया है ते अंगरा भी एक ऋषि का नाम है। ये भी पौराणिक इन्हां दी कई सारी साखियां ने। दुर्वासा ऋषि के बारे में भी संखेप जिक्र आता है कि इनू बहुत ज़्यादा जिहड़ा है क्रोध जल्दी आ जाता सीगा ते ये शिव जी का ही अवतार है, जिहदे करके इनू अपना क्रोध दे करके उस क्रोध की अवस्था में जिहदा अवतार होया सी, जिस करके इस ऋषि नूं क्रोध बहुत जल्दी आंदा सी। कृष्ण जी का वैसे गुरु सीगा दुर्वासा ऋषि जिहड़ा। तो दुर्वासा ऋषि, पुरूरो राजा पुरूरव ते अंगरा ऋषि भी जिहड़े हन उन्होंने भी गुरु नानक का ही जस गाया है। इसलिए कब कल सुजस नानक गुर घट घट सहज समायो। कल भी कभी भी उस गुरु नानक देव जी का श्रेष्ठ जस गांदा है, जिहदा जस हरेक हिरदे दे विच सहजे ही समाया होया है। भाव जगत का हर प्राणी गुरु नानक दे ही गुण गांदा है। तो इन्हां 10 ही सवैयां दे अंदर भट्ट खालसा जी ने
ਸਾਰੇ ਜਗਤ ਦੇ ਅਲੱਗ-ਅਲੱਗ ਅੰਗ ਜਿਹੜੇ ਹਨ ਉਹਨਾਂ ਦਾ ਇੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੈਫਰੈਂਸ ਦੇ ਕੇ ਇਹ ਗੱਲ ਜਿਹੜੀ ਹੈ ਸਮਝਾਈ ਹੈ, ਇਹ ਗੱਲ ਦਾ ਸੁਨੇਹਾ ਦਿੱਤਾ ਹੈ ਕਿ ਭਾਵੇਂ ਕੋਈ ਵੀ ਸਥਾਨ ਹੈ, ਕੋਈ ਵੀ ਸਮਾਂ ਹੈ, ਕੋਈ ਵੀ ਮਹਾਨ ਹਸਤੀ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਗੁਰੂ ਨਾਨਕ ਦੀ ਹੀ ਸ਼ੋਭਾ ਤੇ ਵਡਿਆਈ ਹੋ ਰਹੀ ਹੈ। ਸਤਜੁਗ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਮਹਾਨ ਹਸਤੀਆਂ ਹੋਈਆਂ ਹਨ ਉਹ ਸਭ ਵੀ ਗੁਰੂ ਨਾਨਕ ਦੀ ਹੀ ਵਡਿਆਈ ਗਾ ਰਹੇ ਹਨ। तो ये एक ढंग है अपने इष्ट की वडियाई करन दा कि जिस बंदे दे वास्ते जिहदे वास्ते किसी दे इंसान दे मन दे विच शरधा हुंदी है, सत्कार हुंदा है, उहनूं हर सफलता दे पिछे, हर वडियाई दे पिछे उसे दा ही जिहड़ा है हथ नजर आंदा है, उसे दी समर्था, उसे दी वडियाई उहदे चों नजर आंदी है। इसे भावना के अधीन जो है पाटकल सहार जी ने सतगुरु नानक देव जी की वडियाई गायन की है। तो जिन्ने भी ये पुराणिक हस्तियां के रैफरेंसिस आए हैं तो भावें उन्होंने विष्णु जी के अवतार ने या होर जिन्ने ऋषि मुनि राजे जिन्ने भी लोगों के नाम आए हैं ये उन्होंने सारे वो नाम वरते हैं जिहड़े कि उस वक्त के भारतीय समाज के अंदर लोगों के मनां दे विच जिन्हां दा वडियाई जिन्हां दी वडियाई जिन्हां दा महात्म उन्हां लोगों के मनां दे अंदर बैठा ही होया सी ते जिन्हां नूं ऑलरेडी महान हस्तियां एक्सैप्ट करते सन। तो उन्हां सब महान हस्तियां दे नाम लैके सब दे कोलों गुरु नानक पातशाह दी उन्होंने वडियाई गायन करदी होई दसी है। तो जिस दा कहण तो भाव उन्हां दा वही सीगा कि सब तो वड्डा जो है वो सतगुरु नानक ही है। जिवें गुरबाणी विच गुरु अर्जन पातशाह दा भी फरमान आंदा है, सब ते वड्डा सतगुरु नानक जिन कल राखी मेरी। तो जिसनों सब तो वड्डा भाव की है तां ही सब तो वड्डा है क्योंकि उन्होंने गुरु साहब भी उन्होंने अकाल पुरख का ही रूप जानते हैं। सो ये श्री मुखबाग महला पंजवां के अंदर भी गुरु अर्जन पातशाह ने बार बार ये गल दोहराई है कि जन नानक भगत दर तुल ब्रह्म समसर एक जी क्या बखाना है, हाँ कि बल 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 सद बलिहार। तो गुरु नानक जिहड़ा है वो परमात्मा के दर ते प्रवान होया है, परमात्मा के तुल है, समान है। पर गुरु नानक की वडियाई भी बयान नहीं की जा सकती, केवल तो बलिहार 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 जाया जा सकता है। तो उसे ही सेंस के अंदर पाटकल सहार जी ने भी अपने तरीके के नाल गुरु नानक की वडियाई जो है बयान की है। तो इतने ही वचन प्रवान करना जी। होइयां भुल्लां लई खिमा। वाहिगुरू जी का खालसा, वाहिगुरू जी की फतेह। अज दी विचार नाल संबंधित जे किसी का भी कोई प्रश्न